ਪ੍ਰੇਜ਼ ਦ ਲਾਰਡ ਜੀਸਸ ਕ੍ਰਾਈਸਟ। ਅੱਜ ਦੀ ਇਸ ਖਾਸ ਚਰਚਾ ਵਿੱਚ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਇੱਕ ਬਹੁਤ ਹੀ ਡੂੰਘੇ ਅਤੇ ਦਿਲਚਸਪ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ, ਜੋ ਕਿ ਰੱਬੀ ਜਵਾਬਦੇਹੀ ਅਤੇ ਅਧਿਆਤਮਿਕ ਸਿਧਾਂਤਾਂ ਨਾਲ ਜੁੜਿਆ ਹੋਇਆ ਹੈ। ਸਾਡੇ ਸਾਹਮਣੇ ਜੋ ਸਰੋਤ ਸਮੱਗਰੀ ਹੈ, ਉਹ ਕੁਲੂਸੀਆਂ 3:25 ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਕੋਈ ਆਮ ਗੱਲਬਾਤ ਨਹੀਂ ਹੈ, ਬਲਕਿ ਇਹ ਸਮਝਣ ਦਾ ਇੱਕ ਸ਼ਾਨਦਾਰ ਤਰੀਕਾ ਹੈ ਕਿ ਬ੍ਰਹਿਮੰਡ ਦਾ ਅਸਲ ਨਿਆਂ ਕਿਵੇਂ ਕੰਮ ਕਰਦਾ ਹੈ ਅਤੇ ਮਨੁੱਖੀ ਕੰਮਾਂ ਦਾ ਲੇਖਾ-ਜੋਖਾ ਕਿਵੇਂ ਹੁੰਦਾ ਹੈ। ਤਾਂ ਫਿਰ ਆਓ ਬਿਨਾਂ ਕਿਸੇ ਦੇਰੀ ਦੇ ਸਿੱਧੇ ਇਸ ਵਿਆਖਿਆ ਵਿੱਚ ਚੱਲੀਏ। ਅੱਗੇ ਵਧਣ ਤੋਂ ਪਹਿਲਾਂ ਆਓ ਜਲਦੀ ਨਾਲ ਅੱਜ ਦੀ ਰੂਪਰੇਖਾ ਤੇ ਨਜ਼ਰ ਮਾਰੀਏ। ਪਹਿਲਾਂ ਅਸੀਂ ਨਿਰਪੱਖ ਨਿਆਂ ਦੇ ਨਿਯਮ ਨੂੰ ਸਮਝਾਂਗੇ, ਫਿਰ ਦੇਖਾਂਗੇ ਕਿ ਕਿਵੇਂ ਚੰਗੇ ਕੰਮ ਬੁਰੇ ਕੰਮਾਂ ਨੂੰ ਨਹੀਂ ਮਿਟਾ ਸਕਦੇ। ਉਸ ਤੋਂ ਬਾਅਦ ਮਨੁੱਖੀ ਨਿਰਣੇ ਦੇ ਖਤਰੇ, ਅਗਿਆਨਤਾ ਦੇ ਬਹਾਨੇ ਅਤੇ ਅਖੀਰ ਵਿੱਚ ਧੀਰਜ ਅਤੇ ਅੰਤਿਮ ਇਨਾਮ ਬਾਰੇ ਚਰਚਾ ਕਰਾਂਗੇ। ਬਸ ਇਹ 5 ਮੁੱਖ ਪਹਿਲੂ ਹਨ ਜਿਨ੍ਹਾਂ ਤੇ ਸਾਡਾ ਧਿਆਨ ਰਹੇਗਾ। ਸੋ ਸਾਡਾ ਪਹਿਲਾ ਭਾਗ ਹੈ ਨਿਰਪੱਖ ਨਿਆਂ ਦਾ ਨਿਯਮ। ਇੱਥੇ ਇੱਕ ਬਹੁਤ ਹੀ ਬੁਨਿਆਦੀ ਸਿਧਾਂਤ ਸਥਾਪਿਤ ਕਰਨਾ ਜ਼ਰੂਰੀ ਹੈ ਕਿ ਰੱਬੀ ਨਿਆਂ ਸਰਵ-ਵਿਆਪਕ ਤੌਰ ਤੇ ਸਾਰਿਆਂ ਲਈ ਇੱਕੋ ਜਿਹਾ ਹੈ। ਠੀਕ ਹੈ, ਆਓ ਇਸ ਵਿੱਚ ਥੋੜਾ ਹੋਰ ਡੂੰਘਾਈ ਨਾਲ ਜਾਈਏ। ਕੁਲੂਸੀਓਂ 3:25 ਵਿੱਚ ਲਿਖਿਆ ਹੈ, ਕਿਉਂਕਿ ਜਿਹੜਾ ਬੁਰਾ ਕਰਦਾ ਹੈ ਉਹ ਆਪਣੀ ਬੁਰਾਈ ਦਾ ਫਲ ਪਾਵੇਗਾ ਅਤੇ ਉੱਥੇ ਕਿਸੇ ਦਾ ਪੱਖਪਾਤ ਨਹੀਂ। ਇਹ ਵਾਕ ਸਾਡੀ ਅੱਜ ਦੀ ਪੂਰੀ ਚਰਚਾ ਦਾ ਆਧਾਰ ਹੈ। ਜ਼ਰਾ ਸੋਚੋ, ਇਸ ਵਿੱਚ ਕਿੰਨੀ ਵੱਡੀ ਸੱਚਾਈ ਛੁਪੀ ਹੈ। ਜੋ ਕੋਈ ਵੀ ਗਲਤ ਕਰਦਾ ਹੈ, ਬਿਨਾਂ ਕਿਸੇ ਛੋੜ ਦੇ ਉਸਨੂੰ ਉਸਦੀ ਬੁਰਾਈ ਦਾ ਫਲ ਜ਼ਰੂਰ ਮਿਲਦਾ ਹੈ। ਅੰਤਿਮ ਅਦਾਲਤ ਵਿੱਚ ਸਾਰੇ ਬਿਲਕੁਲ ਬਰਾਬਰ ਹਨ। ਹੁਣ ਇੱਥੇ ਨਿਰਪੱਖਤਾ ਜਾਂ ਬਿਨਾਂ ਪੱਖਪਾਤ ਵਾਲੇ ਨਿਆਂ ਦਾ ਅਸਲ ਮਤਲਬ ਕੀ ਹੈ? ਇਸ ਦਾ ਸਿੱਧਾ ਜਿਹਾ ਅਰਥ ਇਹ ਹੈ ਕਿ ਰੱਬੀ ਨਿਆਂ ਬਿਨਾਂ ਕਿਸੇ ਭੇਦਭਾਵ ਦੇ ਹੁੰਦਾ ਹੈ। ਸਿਰਜਣਹਾਰ ਕਿਸੇ ਦੀ ਦੌਲਤ, ਗਰੀਬੀ ਜਾਂ ਸਤਹੀ ਸ਼ਰਧਾ ਨਾਲ ਪ੍ਰਭਾਵਿਤ ਨਹੀਂ ਹੁੰਦਾ। ਅਸੀਂ ਆਪਣੀ ਦੁਨੀਆ ਵਿੱਚ ਤਾਂ ਅਕਸਰ ਵੇਖਦੇ ਹਾਂ ਨਾ ਕਿ ਪੈਸੇ ਜਾਂ ਰੁਤਬੇ ਨਾਲ ਨਿਆਂ ਬਦਲ ਜਾਂਦਾ ਹੈ, ਪਰ ਉੱਪਰ ਵਾਲੇ ਦੀ ਅਦਾਲਤ ਵਿੱਚ ਅਜਿਹਾ ਬਿਲਕੁਲ ਨਹੀਂ ਹੁੰਦਾ। ਉੱਥੇ ਸਿਰਫ ਕੰਮ ਵੇਖੇ ਜਾਂਦੇ ਹਨ। ਸਰੋਤਾਂ ਮੁਤਾਬਿਕ ਰੋਮੀਓ 2 ਅਤੇ ਪਤਰਸ ਦੇ ਕੁਰਨੀਲੀਅਸ ਨਾਲ ਹੋਏ ਤਜਰਬੇ ਤੋਂ ਇਹ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ। ਚਾਹੇ ਕੋਈ ਯਹੂਦੀ ਹੋਵੇ, ਯੂਨਾਨੀ ਹੋਵੇ, ਚਮਤਕਾਰ ਕਰਨ ਵਾਲਾ ਵੱਡਾ ਵਿਸ਼ਵਾਸੀ ਹੋਵੇ ਜਾਂ ਕੋਈ ਗੈਰ ਵਿਸ਼ਵਾਸੀ, ਜਵਾਬਦੇਹੀ ਸਭ ਤੇ ਬਰਾਬਰ ਲਾਗੂ ਹੁੰਦੀ ਹੈ। ਅਸਲ ਵਿੱਚ ਨਿਆਂ ਤਾਂ ਸਭ ਤੋਂ ਪਹਿਲਾਂ ਚੁਣੇ ਹੋਏ ਵਿਸ਼ਵਾਸੀਆਂ ਤੋਂ ਹੀ ਸ਼ੁਰੂ ਹੁੰਦਾ ਹੈ। ਜੇਕਰ ਕੋਈ ਵਿਸ਼ਵਾਸੀ ਹੋ ਕੇ ਵੀ ਬੁਰਾਈ ਕਰਦਾ ਹੈ ਤਾਂ ਨਿਯਮ ਉਸਦੇ ਲਈ ਵੀ ਓਨਾ ਹੀ ਸਖਤ ਹੈ ਜਿੰਨਾ ਕਿਸੇ ਹੋਰ ਲਈ। ਆਓ ਹੁਣ ਦੂਜੇ ਭਾਗ ਵੱਲ ਵਧੀਏ। ਚੰਗੇ ਕੰਮ ਬੁਰੇ ਕੰਮਾਂ ਨੂੰ ਨਹੀਂ ਮਿਟਾ ਸਕਦੇ। ਇਹ ਬਹੁਤ ਹੀ ਦਿਲਚਸਪ ਪਹਿਲੂ ਹੈ। ਅਕਸਰ ਇੱਕ ਬਹੁਤ ਵੱਡਾ ਭੁਲੇਖਾ ਹੁੰਦਾ ਹੈ ਕਿ ਸ਼ਾਇਦ ਸਾਡੇ ਚੰਗੇ ਕੰਮ ਸਾਡੇ ਮਾੜੇ ਕੰਮਾਂ ਨੂੰ ਢੱਕ ਲੈਣਗੇ, ਜਿਵੇਂ ਕੋਈ ਫ੍ਰੀ ਪਾਸ ਮਿਲ ਗਿਆ ਹੋਵੇ। ਲੋਕ ਸੋਚਦੇ ਹਨ ਕਿ ਬਾਹਰੀ ਸੇਵਾ ਦੇ ਕੰਮਾਂ ਨਾਲ ਰੱਬੀ ਨਿਆਂ ਨੂੰ ਬੇਵਕੂਫ ਬਣਾਇਆ ਜਾ ਸਕਦਾ ਹੈ, ਪਰ ਅਸਲੀਅਤ ਇਹ ਹੈ ਕਿ ਰੱਬੀ ਨਿਆਂ ਵਿੱਚ ਚੰਗੇ ਕੰਮਾਂ ਨੂੰ ਰਿਸ਼ਵਤ ਵਜੋਂ ਨਹੀਂ ਵਰਤਿਆ ਜਾ ਸਕਦਾ। ਹਰ ਇੱਕ ਬੁਰਾਈ ਦਾ ਆਪਣਾ ਵੱਖਰਾ ਲੇਖਾ ਹੁੰਦਾ ਹੈ। ਕੋਈ ਵੀ ਚੀਜ਼ ਅਣਦੇਖੀ ਨਹੀਂ ਹੁੰਦੀ। ਇਸ ਨੂੰ ਹੋਰ ਸਮਝਣ ਲਈ ਮੱਤੀ 7 ਵੱਲ ਵੇਖਦੇ ਹਾਂ। ਇਹ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਖੁਲਾਸਾ ਹੈ। ਉੱਥੇ ਉਹਨਾਂ ਲੋਕਾਂ ਦਾ ਜ਼ਿਕਰ ਹੈ ਜੋ ਪ੍ਰਭੂ ਦੇ ਨਾਮ ਤੇ ਭਵਿੱਖਬਾਣੀਆਂ ਕਰਦੇ ਹਨ, ਭੂਤ ਕੱਢਦੇ ਹਨ ਅਤੇ ਵੱਡੇ-ਵੱਡੇ ਚਮਤਕਾਰ ਕਰਦੇ ਹਨ। ਪਰ ਸਰੋਤ ਸਪਸ਼ਟ ਕਰਦੇ ਹਨ ਕਿ ਜੇਕਰ ਉਹ ਅੰਦਰੋਂ ਬੁਰਾਈ ਕਰਦੇ ਹਨ ਜਾਂ ਕਾਨੂੰਨ ਦੀ ਉਲੰਘਣਾ ਕਰਦੇ ਹਨ ਤਾਂ ਉਹਨਾਂ ਨੂੰ ਸਾਫ਼ ਇਨਕਾਰ ਕਰ ਦਿੱਤਾ ਜਾਵੇਗਾ। ਸਿਰਫ ਪ੍ਰਭੂ ਕਹਿਣ ਨਾਲ ਜਾਂ ਸ਼ਾਨਦਾਰ ਚਮਤਕਾਰ ਦਿਖਾਉਣ ਨਾਲ ਕੋਈ ਅੰਤਿਮ ਨਿਆਂ ਤੋਂ ਬਚ ਨਹੀਂ ਸਕਦਾ। ਅਤੇ ਮੱਤੀ 25 ਇਸ ਮਿਆਰ ਨੂੰ ਹੋਰ ਵੀ ਸਪਸ਼ਟ ਕਰ ਦਿੰਦਾ ਹੈ। ਇਹ ਸਾਨੂੰ ਦੱਸਦਾ ਹੈ ਕਿ ਅਸਲ ਵਿੱਚ ਕੀ ਮਾਇਨੇ ਰੱਖਦਾ ਹੈ। ਲਿਖਿਆ ਹੈ ਕਿ ਜੋ ਕੁਝ ਇਹਨਾਂ ਛੋਟਿਆਂ ਵਿੱਚੋਂ ਕਿਸੇ ਇੱਕ ਲਈ ਨਹੀਂ ਕੀਤਾ ਗਿਆ, ਉਹ ਪ੍ਰਭੂ ਲਈ ਨਹੀਂ ਕੀਤਾ ਗਿਆ। ਯਾਨੀ ਕਿ ਜੇ ਭੁੱਖੇ ਨੂੰ ਰੋਟੀ ਨਹੀਂ ਦਿੱਤੀ, ਪਿਆਸੇ ਨੂੰ ਪਾਣੀ ਨਹੀਂ ਦਿੱਤਾ ਜਾਂ ਕਿਸੇ ਕੈਦੀ ਨੂੰ ਅਣਦੇਖਾ ਕੀਤਾ, ਤਾਂ ਉਹ ਸਿੱਧਾ ਰੱਬ ਦੇ ਵਿਰੁੱਧ ਅਪਰਾਧ ਹੈ। ਕਿਸੇ ਇੱਕ ਲੋੜਵੰਦ ਨੂੰ ਅਣਦੇਖਾ ਕਰਨਾ ਸਿਰਜਣਹਾਰ ਨੂੰ ਅਣਦੇਖਾ ਕਰਨ ਦੇ ਬਰਾਬਰ ਹੈ। ਹੁਣ ਗੱਲ ਕਰਦੇ ਹਾਂ ਤੀਜੇ ਭਾਗ ਬਾਰੇ, ਮਨੁੱਖੀ ਨਿਰਣੇ ਦਾ ਖਤਰਾ। ਜਦੋਂ ਮਨੁੱਖ ਇੱਕ ਦੂਜੇ ਦਾ ਨਿਆਂ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕੀ ਹੁੰਦਾ ਹੈ? ਜਦੋਂ ਅਸੀਂ ਇਨਸਾਨ ਇੱਕ ਦੂਜੇ ਦਾ ਨਿਆਂ ਕਰਨ ਲੱਗਦੇ ਹਾਂ ਤਾਂ ਇਹ ਬਹੁਤ ਖਤਰਨਾਕ ਹੋ ਸਕਦਾ ਹੈ, ਕਿਉਂਕਿ ਮਨੁੱਖੀ ਨਿਰਣਾ ਹਮੇਸ਼ਾ ਨੁਕਸਦਾਰ ਹੁੰਦਾ ਹੈ। ਅਸੀਂ ਸਿਰਫ ਬਾਹਰੋਂ ਵੇਖ ਸਕਦੇ ਹਾਂ ਜਾਂ ਕਈ ਵਾਰ ਬਦਲੇ ਦੀ ਭਾਵਨਾ ਵਿੱਚ ਆ ਕੇ ਫੈਸਲਾ ਕਰ ਲੈਂਦੇ ਹਾਂ। ਪਰ ਦੂਜੇ ਪਾਸੇ ਰੱਬੀ ਨਿਆਂ ਪੂਰੀ ਤਰ੍ਹਾਂ ਨਿਰਪੱਖ ਹੈ। ਉਹ ਸਾਰੀਆਂ ਲੁਕੀਆਂ ਹੋਈਆਂ ਸੱਚਾਈਆਂ ਨੂੰ ਜਾਣਦਾ ਹੈ। ਜਦੋਂ ਅਸੀਂ ਕਿਸੇ ਨੂੰ ਸਜ਼ਾ ਸੁਣਾਉਂਦੇ ਹਾਂ ਤਾਂ ਅਸੀਂ ਅਸਲ ਵਿੱਚ ਉਸ ਇੱਕੋ ਇੱਕ ਸੱਚੇ ਨਿਆਮ ਦੇਣ ਵਾਲੇ ਦੀ ਜਗ੍ਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ, ਜੋ ਕਿ ਸਾਡਾ ਕੰਮ ਬਿਲਕੁਲ ਨਹੀਂ ਹੈ। ਸੋ ਇੱਥੇ ਸਭ ਤੋਂ ਅਹਿਮ ਨੁਕਤਾ ਇਹ ਹੈ, ਜਿਵੇਂ ਯਾਕੂਬ 4:12 ਸਾਨੂੰ ਯਾਦ ਦਿਵਾਉਂਦਾ ਹੈ ਕਿ ਕਾਨੂੰਨ ਦੇਣ ਵਾਲਾ ਅਤੇ ਨਿਆਂ ਕਰਨ ਵਾਲਾ ਸਿਰਫ ਇੱਕ ਹੈ।
ਸਾਡਾ ਕੰਮ ਬਦਲਾ ਲੈਣਾ ਜਾਂ ਕਿਸੇ ਨੂੰ ਸਰਾਪ ਦੇਣਾ ਨਹੀਂ ਹੈ, ਬਲਕਿ ਮੁਸ਼ਕਿਲਾਂ ਵਿੱਚ ਸਬਰ ਰੱਖਣਾ ਅਤੇ ਦੂਜਿਆਂ ਨੂੰ ਮਾਫ ਕਰਨਾ ਹੈ। ਅੰਤਿਮ ਫੈਸਲਾ ਸਾਡੇ ਹੱਥਾਂ ਵਿੱਚ ਨਹੀਂ ਹੈ। ਆਓ ਹੁਣ ਚੌਥੇ ਭਾਗ ਵੱਲ ਚੱਲੀਏ। ਅਗਿਆਨਤਾ ਕੋਈ ਬਹਾਨਾ ਨਹੀਂ ਹੈ, ਇਹ ਇੱਕ ਬਹੁਤ ਹੀ ਗੁੰਝਲਦਾਰ ਸਥਿਤੀ ਨੂੰ ਸੰਬੋਧਿਤ ਕਰਦਾ ਹੈ। ਇਹ ਬਹੁਤ ਆਮ ਗੱਲ ਹੈ ਨਾ? ਲੋਕ ਅਕਸਰ ਕਹਿੰਦੇ ਹਨ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ, ਜਾਂ ਜਾਣਬੁੱਝ ਕੇ ਅਣਜਾਣ ਬਣਨ ਦਾ ਨਾਟਕ ਕਰਦੇ ਹਨ। ਕਹਾਵਤਾਂ ਅਤੇ ਮਲਾਕੀ ਦੀਆਂ ਕਿਤਾਬਾਂ ਵਿੱਚ ਇਸ ਦੀਆਂ ਬਹੁਤ ਵਧੀਆ ਉਦਾਹਰਣਾਂ ਹਨ, ਜਿਵੇਂ ਕੋਈ ਆਪਣੇ ਹੀ ਮਾਪਿਆਂ ਦੀ ਜਾਇਦਾਦ ਲੁੱਟ ਕੇ ਕਹੇ ਕਿ ਇਹ ਕੋਈ ਅਪਰਾਧ ਨਹੀਂ, ਜਾਂ ਕੋਈ ਵਿਭਾਚਾਰ ਕਰਕੇ ਬੇਗੁਨਾਹ ਹੋਣ ਦਾ ਦਾਅਵਾ ਕਰੇ। ਇੱਥੋਂ ਤੱਕ ਕਿ ਲੋਕ ਰੱਬ ਨੂੰ ਪੇਟਾ ਵਜੋਂ ਲੰਗੜੇ ਜਾਨਵਰ ਚੜ੍ਹਾ ਕੇ ਵੀ ਪੁੱਛਦੇ ਹਨ, ਇਸ ਵਿੱਚ ਕੀ ਬੁਰਾਈ ਹੈ? ਇਹ ਸਭ ਸਿਰਫ ਆਪਣੀਆਂ ਗਲਤੀਆਂ ਨੂੰ ਸਹੀ ਠਹਿਰਾਉਣ ਅਤੇ ਛੁਪਾਉਣ ਦੇ ਤਰੀਕੇ ਹਨ। ਪਰ ਅਸਲੀਅਤ ਵਿੱਚ ਅਗਿਆਨਤਾ ਸਾਨੂੰ ਬਚਾ ਨਹੀਂ ਸਕਦੀ। ਜੇ ਕੋਈ ਜਾਣਬੁੱਝ ਕੇ ਗਲਤੀ ਕਰਦਾ ਹੈ ਤਾਂ ਨਤੀਜੇ ਬਹੁਤ ਗੰਭੀਰ ਹੁੰਦੇ ਹਨ, ਇਹ ਤਾਂ ਬਿਲਕੁਲ ਸਪਸ਼ਟ ਹੈ। ਪਰ ਲੂਕਾ 12:28 ਦੇ ਹਵਾਲੇ ਅਨੁਸਾਰ ਜੇਕਰ ਕੋਈ ਅਣਜਾਣੇ ਵਿੱਚ ਵੀ ਗਲਤੀ ਕਰਦਾ ਹੈ ਤਾਂ ਵੀ ਉਸਦੇ ਨਤੀਜੇ ਭੁਗਤਣੇ ਪੈਂਦੇ ਹਨ। ਹਾਂ, ਸ਼ਾਇਦ ਸਜ਼ਾ ਥੋੜੀ ਖੱਟ ਹੋਵੇ, ਜਾਂ ਕਹਿ ਲਓ ਕੱਟ ਕੋੜੇ ਪੈਣ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਅਣਜਾਣ ਹੋਣ ਦਾ ਦਾਅਵਾ ਕਰਕੇ ਅਸੀਂ ਨਿਆਂ ਦੀ ਤਕੜੀ ਤੋਂ ਪੂਰੀ ਤਰ੍ਹਾਂ ਬਚ ਨਹੀਂ ਸਕਦੇ। ਤਾਂ ਫਿਰ ਇਸ ਦਾ ਹੱਲ ਕੀ ਹੈ? ਆਓ ਅੱਗੇ ਵਧੀਏ ਅਤੇ ਵੇਖੀਏ ਕਿ ਇਹ ਕਿਵੇਂ ਕੰਮ ਕਰਦਾ ਹੈ। ਗਲਤੀਆਂ ਛੁਪਾਉਣ ਦੀ ਬਜਾਏ ਸਾਨੂੰ ਅਧਿਆਤਮਿਕ ਪ੍ਰਗਟਾਵੇ ਅਤੇ ਇਕਬਾਲ ਤੇ ਭਰੋਸਾ ਕਰਨਾ ਚਾਹੀਦਾ ਹੈ। ਜਦੋਂ ਪਵਿੱਤਰ ਆਤਮਾ ਅੰਦਰੂਨੀ ਆਵਾਜ਼ ਰਾਹੀਂ ਕਿਸੇ ਲੁਕੇ ਹੋਏ ਪਾਪ ਨੂੰ ਉਜਾਗਰ ਕਰਦਾ ਹੈ ਤਾਂ ਉਸ ਨੂੰ ਛੁਪਾਉਣ ਦੀ ਬਜਾਏ ਖੁੱਲ੍ਹੇਆਮ ਮੰਨ ਲੈਣਾ ਚਾਹੀਦਾ ਹੈ। ਇਨ੍ਹਾਂ 3 ਕਦਮਾਂ ਰਾਹੀਂ ਅਸੀਂ ਦੇਖਦੇ ਹਾਂ ਕਿ ਗਲਤੀ ਮੰਨਣ ਨਾਲ ਹੀ ਰੱਬੀ ਮੁਆਫੀ ਅਤੇ ਰਹਿਮ ਦਾ ਰਸਤਾ ਖੁੱਲ੍ਹਦਾ ਹੈ। ਅਤੇ ਹੁਣ ਸਾਡਾ ਆਖਰੀ 5ਵਾਂ ਭਾਗ, ਧੀਰਜ ਅਤੇ ਅੰਤਿਮ ਇਨਾਮ। ਅਸੀਂ ਸਾਰੇ ਇਨਸਾਫ ਲਈ ਬਹੁਤ ਕਾਹਲੀ ਕਰਦੇ ਹਾਂ, ਪਰ ਅਸਲ ਸਿਆਣਪ ਧੀਰਜ ਰੱਖਣ ਵਿੱਚ ਹੈ। ਸਰੋਤਾਂ ਵਿੱਚੋਂ ਲਈ ਗਈ ਇਹ ਇੱਕ ਬਹੁਤ ਹੀ ਸ਼ਕਤੀਸ਼ਾਲੀ ਉਦਾਹਰਣ ਹੈ। ਰੱਬੀ ਅਨੁਸ਼ਾਸਨ ਨੂੰ ਘੋੜੇ ਦੀ ਲਗਾਮ ਵਾਂਗ ਦੱਸਿਆ ਗਿਆ ਹੈ। ਜਿਵੇਂ ਘੋੜੇ ਨੂੰ ਸਹੀ ਦਿਸ਼ਾ ਵਿੱਚ ਰੱਖਣ ਲਈ ਲਗਾਮ ਖਿੱਚਣੀ ਪੈਂਦੀ ਹੈ, ਜਿਸ ਨਾਲ ਉਸ ਨੂੰ ਥੋੜੀ ਤਕਲੀਫ ਵੀ ਹੁੰਦੀ ਹੈ, ਉਸੇ ਤਰ੍ਹਾਂ ਸਾਡੇ ਨਾਲ ਹੁੰਦਾ ਹੈ। ਜੋ ਸਾਨੂੰ ਕਈ ਵਾਰ ਸਜ਼ਾ ਜਾਂ ਮੁਸੀਬਤ ਲੱਗਦੀ ਹੈ, ਉਹ ਅਸਲ ਵਿੱਚ ਸਾਨੂੰ ਨਸ਼ਟ ਕਰਨ ਲਈ ਨਹੀਂ, ਬਲਕਿ ਸਾਨੂੰ ਸਹੀ ਰਸਤੇ ਤੇ ਵਾਪਸ ਲਿਆਉਣ ਲਈ ਰੱਬੀ ਪਿਆਰ ਦਾ ਇੱਕ ਸੁਧਾਰਕ ਕਦਮ ਹੁੰਦਾ ਹੈ। ਅਤੇ ਇਹ ਗੱਲ ਅਯੂਬ ਦੀ ਕਹਾਣੀ ਤੋਂ ਕਿੰਨੇ ਸ਼ਾਨਦਾਰ ਢੰਗ ਨਾਲ ਸਪਸ਼ਟ ਹੁੰਦੀ ਹੈ। ਯਾਕੂਬ 5:11 ਸਾਨੂੰ ਯਾਦ ਦਿਵਾਉਂਦਾ ਹੈ, ਤੁਸੀਂ ਅਯੂਬ ਦੇ ਧੀਰਜ ਬਾਰੇ ਸੁਣਿਆ ਹੈ ਅਤੇ ਪ੍ਰਭੂ ਦਾ ਅੰਤ ਵੇਖਿਆ ਹੈ ਕਿ ਪ੍ਰਭੂ ਬਹੁਤ ਤਰਸਵਾਨ ਅਤੇ ਦਇਆਲੂ ਹੈ। ਅਯੂਬ ਧੀਰਜ ਦੀ ਸਭ ਤੋਂ ਵਧੀਆ ਮਿਸਾਲ ਹੈ। ਉਸਨੇ ਬਿਨਾਂ ਕਿਸੇ ਗਲਤੀ ਦੇ ਇੰਨਾ ਦੁੱਖ ਝੱਲਿਆ, ਪਰ ਕਦੇ ਤੁਰੰਤ ਮਨੁੱਖੀ ਇਨਸਾਫ ਦੀ ਮੰਗ ਨਹੀਂ ਕੀਤੀ। ਉਸਨੇ ਸਬਰ ਰੱਖਿਆ ਅਤੇ ਅਖੀਰ ਵਿੱਚ ਵੇਖਿਆ ਕਿ ਅੰਤਿਮ ਨਿਆਂ ਕਰਨ ਵਾਲਾ ਕਿੰਨਾ ਦਇਆਲੂ ਹੈ। ਇਹ ਸਾਡੇ ਸਾਰਿਆਂ ਲਈ ਇੱਕ ਵੱਡਾ ਸਬਕ ਹੈ। ਇਸ ਸਾਰੇ ਡੂੰਘੀ ਚਰਚਾ ਨੂੰ ਸਮੇਟਦੇ ਹੋਏ ਸਾਡੇ ਸਾਹਮਣੇ ਇੱਕ ਬਹੁਤ ਹੀ ਅਹਿਮ ਸਵਾਲ ਆਉਂਦਾ ਹੈ। ਜੇਕਰ ਸਾਨੂੰ ਇਹ ਸਮਝ ਆ ਗਿਆ ਹੈ ਕਿ ਰੱਬੀ ਨਿਆਂ ਪੂਰੀ ਤਰ੍ਹਾਂ ਨਿਰਪੱਖ ਹੈ, ਉਹ ਹਰ ਲੁਕੇ ਹੋਏ ਕੰਮ ਨੂੰ ਵੇਖਦਾ ਹੈ ਅਤੇ ਸਾਡੇ ਚੰਗੇ ਕੰਮ ਸਾਡੀਆਂ ਬੁਰਾਈਆਂ ਨੂੰ ਨਹੀਂ ਢੱਕ ਸਕਦੇ, ਤਾਂ ਕੀ ਅਸੀਂ ਦੂਜਿਆਂ ਦਾ ਨਿਆਂ ਕਰਨਾ ਛੱਡਣ ਅਤੇ ਅੰਤਿਮ ਫੈਸਲਾ ਉਸ ਅੰਤਿਮ ਨਿਆਂਕਾਰ ਤੇ ਛੱਡਣ ਲਈ ਤਿਆਰ ਹਾਂ? ਇਹ ਸੱਚਮੁੱਚ ਆਪਣੇ ਆਪ ਤੇ ਵਿਚਾਰ ਕਰਨ ਵਾਲੀ ਗੱਲ ਹੈ। ਅੱਜ ਦੀ ਇਸ ਵਿਆਖਿਆ ਵਿੱਚ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਸਾਨੂੰ ਉਮੀਦ ਹੈ ਕਿ ਇਹ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਹਰ ਕਿਸੇ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ।